ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ। ਪ੍ਰੋਗਰਾਮ ਖਬਰ ਪੜਤਾਲ ਤੁਸੀਂ ਵੇਖ ਰਹੇ ਹੋ। ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਵੀ ਸਾਡੇ ਨਾਲ ਬਣੇ ਹੋਏ ਨੇ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਜੀ। ਸੋ ਡੱਲਾ ਜੀ, ਅੱਜ ਪ੍ਰੋਗਰਾਮ ਦੇ ਵਿੱਚ 3-4 ਖਾਸ ਮਸਲੇ ਨੇ, ਮੁੱਦੇ ਨੇ ਜਿਨ੍ਹਾਂ ਉੱਪਰ ਆਪਾਂ ਅੱਜ ਚਰਚਾ ਕਰਾਂਗੇ, ਤੁਹਾਡੇ ਤੋਂ ਜਾਣਕਾਰੀ ਲਵਾਂਗੇ। ਅਕਾਲੀ ਸਿਆਸਤ ਦੇ ਉੱਪਰ ਵੀ ਸਵਾਲ ਕਰਨੇ ਨੇ, ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਕਈ ਸਵਾਲ ਨੇ, ਤੇ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਕੀ ਬੀਜੇਪੀ ਤੇ ਅਕਾਲੀ ਦਲ ਦੁਬਾਰਾ ਨੇੜੇ ਹੋਣਗੇ। ਕੀ ਕਹਿ ਰਹੀ ਹੈ ਪੰਜਾਬ ਦੀ ਸਿਆਸਤ, ਇਸ ਉੱਪਰ ਵੀ ਸਵਾਲ ਕਰਨਾ ਹੈ। ਤੇ ਸਵਾਲਾਂ ਦੀ ਸ਼ੁਰੂਆਤ ਅਗਰ ਕਰਾਂ, ਸਭ ਤੋਂ ਪਹਿਲਾਂ ਇਹ ਗੱਲ ਕਰਨਾ ਚਾਹੂੰਗੀ ਕਿ ਦਿੱਲੀ ਵਿੱਚ ਜੋ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਦੀ ਮੁਲਾਕਾਤ ਹੋਈ ਹੈ, ਕੀ ਇਸ ਮੁਲਾਕਾਤ ਤੋਂ ਬਾਅਦ ਕਿਆਸ ਲਗਾਏ ਜਾ ਸਕਦੇ ਨੇ ਕਿ ਪੰਜਾਬ ਦੇ ਮੰਤਰੀ ਮੰਡਲ ਵਿੱਚ ਵਿਸਥਾਰ ਹੋ ਸਕਦਾ ਹੈ, ਵੱਡੇ ਫੇਰ ਬਦਲ ਹੋ ਸਕਦੇ ਨੇ? ਕੀ ਅੰਦਾਜ਼ੇ ਲੱਗ ਸਕਦੇ ਨੇ ਇਸ ਮੀਟਿੰਗ ਦੇ? ਦੇਖੋ, ਕੱਲ ਦੀ ਜਿਹੜੀ ਮੀਟਿੰਗ ਸੀ ਉਹ ਬੜੀ ਅਹਿਮ ਸੀ। ਬਜਟ ਸੈਸ਼ਨ ਖਤਮ ਹੁੰਦਾ ਹੈ 30 ਜੂਨ ਨੂੰ। ਕੱਲ 1 ਜੁਲਾਈ ਸੀ। ਭਗਵੰਤ ਮਾਨ ਸਿੱਧਾ ਦਿੱਲੀ ਚਲੇ ਜਾਂਦੇ ਨੇ ਅਰਵਿੰਦ ਕੇਜਰੀਵਾਲ ਦੇ ਘਰ, ਔਰ ਉੱਥੇ ਰਾਘਵ ਚੱਡਾ ਜੀ ਮੌਜੂਦ ਰਹਿੰਦੇ ਨੇ ਪਹਿਲਾਂ ਤੋਂ ਹੀ। ਇਹਦਾ ਮਤਲਬ ਹੈ ਕਿ ਪੰਜਾਬ ਦੇ ਫੈਸਲੇ ਕਰਨ ਵਾਲੇ ਤਿੰਨੇ ਲੀਡਰ ਇਕੱਠੇ ਹੋ ਗਏ। ਰਾਘਵ ਚੱਡਾ ਇਕੱਠੇ ਹੋ ਗਏ, ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ। ਸੁਭਾਵਿਕ ਹੈ ਹਰਜੋਤ ਜੀ ਕਿ ਭਗਵੰਤ ਮਾਨ ਮੁੱਖ ਮੰਤਰੀ ਨੇ, ਉਹਨਾਂ ਕੋਲੇ 1 ਮਿੰਟ ਦੀ ਵੇਲ ਨਹੀਂ, ਇੰਨੇ ਰੁੱਝੇ ਰਹਿੰਦੇ ਨੇ। ਅਰਵਿੰਦ ਕੇਜਰੀਵਾਲ ਕੋਲੇ 1 ਮਿੰਟ ਦੀ ਵੇਲ ਨਹੀਂ, ਉਹ ਵੀ ਰੁੱਝੇ ਰਹਿੰਦੇ ਨੇ। ਔਰ ਰਾਘਵ ਚੱਡਾ ਜੀ ਵੀ ਬਹੁਤ ਜ਼ਿਆਦਾ ਵਿਅਸਤ ਰੁੱਝੇ ਹੋਏ ਲੀਡਰ ਨੇ। ਅਜਿਹੇ ਵਿੱਚ ਅਗਰ ਤਿੰਨੇ ਲੀਡਰ ਇਕੱਠੇ ਹੋਏ ਨੇ ਤੇ ਨਿਸ਼ਚਿਤ ਤੌਰ ਤੇ ਪੰਜਾਬ ਦੇਸ਼ ਦੀ ਸਿਆਸਤ 2024 ਦੀਆਂ ਚੋਣਾਂ, ਗੁਜਰਾਤ, ਹਿਮਾਚਲ, ਹਰਿਆਣਾ, ਇਹ ਸਾਰੀਆਂ ਚੋਣਾਂ ਦੇ ਉੱਤੇ ਹਲਕੀ ਫੁਲਕੀ ਚਰਚਾ ਹੋਈ ਹੋਣੀ, ਔਰ ਪੰਜਾਬ ਤੇ ਗੰਭੀਰ ਚਰਚਾ ਹੋਈ ਹੋਣੀ, ਕਿਉਂਕਿ ਪੰਜਾਬ ਦੇ ਫੈਸਲੇ ਬੜੇ ਵੱਡੇ ਨੇ ਜਿਹੜੇ ਹੋਣ ਵਾਲੇ ਨੇ। ਮੰਤਰੀ ਮੰਡਲ ਦਾ ਗਠਨ ਹੋਣ ਵਾਲਾ, ਸਾਨੂੰ ਸਾਰਿਆਂ ਨੂੰ ਪਤਾ ਹੈ। ਭਗਵੰਤ ਮਾਨ ਤੋਂ ਇਲਾਵਾ 9 ਮੰਤਰੀ ਨੇ, ਕੁੱਲ 10 ਨੇ, 8 ਹੋਰ ਬਣਨੇ ਨੇ, ਕੁੱਲ 18 ਬਣ ਸਕਦੇ ਨੇ। ਸੰਗਰੂਰ ਚੋਣ ਦੀ ਹਾਰ ਨਿਸ਼ਚਿਤ ਤੌਰ ਦੇ ਉੱਤੇ, ਇਸ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਪਹਿਲੀ ਵਾਰੀ ਇਕੱਠੇ ਹੋਏ ਨੇ। ਰਾਘਵ ਚੱਡਾ, ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਦੇ ਜ਼ਰੂਰ ਹੋਣਗੇ ਸਾਰੇ ਇੱਕ ਦੂਜੇ ਵੱਲ ਦੇਖ ਕੇ ਕਿ ਇਹ ਕੀ ਹੋ ਗਿਆ, ਕਿਉਂਕਿ ਇਹ ਉਮੀਦ ਕਿਸੇ ਨੇ ਨਹੀਂ ਕੀਤੀ ਹੋਣੀ ਕਿ ਆਮ ਆਦਮੀ ਪਾਰਟੀ ਨੂੰ ਹਾਰ ਮਿਲੂਗੀ। ਹੁਣ ਹਾਰ ਦੇ ਕਾਰਨ ਅਕਸਰ ਅਸੀਂ ਵੀ ਅਗਰ ਕਿਸੇ ਇਮਤਿਹਾਨ 'ਚੋਂ ਫੇਲ ਹੋ ਜਾਈਏ ਤੇ ਅਸੀਂ ਉਹਦਾ ਕੋਈ ਨਾ ਕੋਈ ਕਾਰਨ ਲੱਭਦੇ ਹਾਂ। ਮੈਂ ਇੱਕ ਵਾਰੀ 11ਵੀਂ ਦੀ ਪ੍ਰੀਖਿਆ ਸੀ, ਪਹਿਲੀ ਵਾਰੀ ਬੋਰਡ ਬਣਿਆ ਸੀ 11ਵੀਂ ਦਾ, ਤੇ ਮੈਂ ਵੀ ਉਹ 'ਚੋਂ ਰਹਿ ਗਿਆ ਸੀ। ਹਾਲਾਂਕਿ ਮੇਰੇ ਪੇਪਰ ਚੰਗੇ ਹੋਏ ਸੀ, ਪਰ ਮੈਂ ਫਿਰ ਵੀ ਰਹਿ ਗਿਆ ਸੀ। ਤੇ ਅਸੀਂ ਬੜਾ ਸੋਚਿਆ ਵੀ ਕਿਉਂ ਅਸੀਂ ਫੇਲ ਹੋਏ, ਬਹੁਤ ਮਾੜਾ ਰਿਜ਼ਲਟ ਉਦੋਂ ਆਇਆ ਸੀ। ਤੇ ਸੰਗਰੂਰ 'ਚ ਹਾਰ ਦੇ ਜਿਹੜੇ ਕਾਰਨ ਨੇ, ਉਹਨਾਂ ਨੂੰ ਹੁਣ ਆਮ ਆਦਮੀ ਪਾਰਟੀ ਫਰੋਲੂਗੀ ਕਿ ਕੀ ਉਹਦੇ ਕਾਰਨ ਰਹੇ। ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਬਿਲਕੁਲ ਸਹੀ ਹਾਂ, ਫਿਰ ਵੀ ਅਸੀਂ ਹਾਰ ਗਏ। ਅਸਲ 'ਚ ਅਸੀਂ ਸਹੀ ਨਹੀਂ ਹੁੰਦੇ, ਕਿਤੇ ਨਾ ਕਿਤੇ ਸਾਡੇ 'ਚ ਕਮੀ ਹੁੰਦੀ। ਔਰ ਸੰਗਰੂਰ 'ਚ ਸਿੱਧੇ ਤੌਰ ਤੇ ਮੈਂ ਜੋ ਦੇਖਦਾ, ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸੀ ਆਮ ਆਦਮੀ ਪਾਰਟੀ ਨੇ, ਉਹਨਾਂ ਦੀ ਪੂਰਤੀ ਉਸ ਰੂਪ 'ਚ ਨਹੀਂ ਹੋ ਰਹੀ ਜਿਵੇਂ ਲੋਕ ਚਾਹੁੰਦੇ ਸੀ। ਹੁਣ ਕਹਿਣ ਨੂੰ ਤਾਂ ਬਿਜਲੀ ਕੱਲ ਤੋਂ ਮਾਫ ਹੋ ਗਈ, ਪਰ ਲੋਕ ਇਹ ਨਹੀਂ ਸੀ ਚਾਹੁੰਦੇ ਕਿ 300 ਯੂਨਿਟ ਤੋਂ ਬਾਅਦ ਅਗਰ 1 ਵੀ ਯੂਨਿਟ ਦਾ ਬਿੱਲ ਆਊਗਾ ਤੇ ਬਿਜਲੀ ਮਾਫ ਹੋ ਜੂ। ਇਹ ਆਪਣੇ ਆਪ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਟੈਸਟ ਹੈ। 1-2 ਮਹੀਨਿਆਂ 'ਚ ਪਤਾ ਲੱਗ ਜੂਗਾ ਹਰਜੋਤ ਜੀ। ਅਗਰ ਤਾਂ ਆਮ ਲੋਕਾਂ ਨੂੰ ਇਹ ਸਹੂਲਤ ਪਸੰਦ ਆ ਗਈ ਫਿਰ ਤਾਂ ਠੀਕ ਹੈ। ਅਗਰ ਨਾ ਪਸੰਦ ਆਈ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਆਉਣ ਵਾਲੀਆਂ ਨੇ, ਆਉਣ ਵਾਲੇ ਸਮੇਂ 'ਚ ਨਗਰ ਨਿਗਮਾਂ ਦੀਆਂ ਚੋਣਾਂ ਆਉਣੀਆਂ ਨੇ। ਲੋਕਾਂ ਨੇ ਆਪਣਾ ਉੱਤਰ ਦੇ ਦੇਣਾ ਆਮ ਆਦਮੀ ਪਾਰਟੀ ਨੂੰ। ਲੋਕ ਦਿਲ 'ਚ ਨਹੀਂ ਰੱਖਦੇ, ਲੋਕ ਵੋਟਿੰਗ ਮਸ਼ੀਨ 'ਚ ਆਪਣਾ ਫੈਸਲਾ ਪਾ ਆਉਂਦੇ ਆ। ਹੁਣ ਲੋਕ ਤਾਂ ਚਾਹੁੰਦੇ ਸੀ ਕਿ ਪੂਰੀ ਤਰ੍ਹਾਂ ਨਾਲ 300 ਯੂਨਿਟ ਮਾਫ ਹੋਣ, ਕਿਉਂਕਿ ਪਹਿਲਾਂ ਇਹੀ ਕਿਹਾ ਗਿਆ ਸੀ ਕਿ ਕੋਈ ਬਿੱਲ ਨਹੀਂ ਆਏਗਾ। ਤੁਸੀਂ ਦੇਖੋ, ਬਿਜਲੀ ਦੇ ਮਾਮਲੇ ਦੇ ਵਿੱਚ ਚਰਨਜੀਤ ਚੰਨੀ ਦੇ ਫੈਸਲੇ ਹਜੇ ਅੱਜ ਤੱਕ ਜ਼ਿਆਦਾ ਚੰਗੇ ਰਹੇ ਨੇ। ਚਰਨਜੀਤ ਚੰਨੀ ਉਹਨਾਂ ਨੇ ਹੋਰ ਕੁਝ ਕੀਤਾ ਹੋਵੇ ਨਾ ਕੀਤਾ ਹੋਵੇ, ਪਰ ਉਹ ਬਿਜਲੀ ਦਾ ਮਸਲਾ ਜ਼ਰੂਰ ਹੱਲ ਕਰਕੇ ਗਏ ਨੇ। ਔਰ ਬਹੁਤ ਲੋਕਾਂ ਦੇ ਬਿੱਲ ਘਟੇ ਨੇ। ਉਹਨਾਂ ਦੇ ਬਿੱਲ ਪੁਰਾਣੇ ਸਮਿਆਂ 'ਚ, ਪੁਰਾਣੇ ਕਈਆਂ ਦੇ ਬਕਾਏ ਮਾਫ ਹੋਏ ਨੇ। 3-3 ਰੁਪਏ ਯੂਨਿਟ ਬਿਜਲੀ ਦੇ ਬਿੱਲ ਘਟੇ ਨੇ, ਔਰ ਲੋਕਾਂ ਨੇ ਮਹਿਸੂਸ ਕੀਤਾ ਕਿ ਚਰਨਜੀਤ ਚੰਨੀ ਨੇ ਬਿਜਲੀ ਸਸਤੀ ਕੀਤੀ ਸੀ। ਕੱਲ 1 ਜੁਲਾਈ ਤੋਂ ਬਾਅਦ, ਹੁਣ ਜਦੋਂ 1 ਮਹੀਨਾ ਖਤਮ ਹੋ ਜਾਊਗਾ, 2 ਮਹੀਨੇ ਖਤਮ ਹੋ ਜਾਣਗੇ, ਜਦੋਂ ਬਿੱਲ ਆਉਣਗੇ ਜੁਲਾਈ ਅਗਸਤ ਤੋਂ ਬਾਅਦ ਸਤੰਬਰ 'ਚ ਪਤਾ ਲੱਗੂਗਾ ਇਹ ਯੋਜਨਾ ਮੁਫਤ ਬਿਜਲੀ ਦੀ ਕਿੱਥੇ ਖੜੀ ਹੈ। ਇਹਦੇ ਤੇ ਵੀ ਕੱਲ ਚਰਚਾ ਹੋਈ ਹੈ। ਮੰਤਰੀ ਮੰਡਲ 'ਚ ਅਸੀਂ ਕਿਹਨੂੰ ਲੈਣਾ ਹੈ, ਕਿਹਨੂੰ ਨਹੀਂ ਲੈਣਾ, ਨਿਸ਼ਚਿਤ ਤੌਰ ਤੇ ਇਹਦੇ ਤੇ ਚਰਚਾ ਹੋਈ ਹੈ। ਕਈ ਨਾਮ ਨੇ ਜਿਹੜੇ ਦਾਅਵੇਦਾਰ ਨੇ। ਅਮਨ ਅਰੋੜਾ ਨੇ, ਪ੍ਰੋਫੈਸਰ ਬਲਜਿੰਦਰ ਕੌਰ ਨੇ, ਬੀਬੀ ਮਾਣੂਕੇ ਨੇ,
फिर प्रिंसीपल बुद्ध राम जी ने, फिर कुंवर विजय प्रताप भी है। ये 4-5 नाम तो वो ने जिन्होंने लोग चाहते हैं कि मंत्री बनन। और अगर ये पहला मंत्री बने होंगे शायद संगरूर च लोगों का होर आम आदमी पार्टी प्रति रुझान बनता। फिर राज सभा के नुमाइंदे वो भी संगरूर च कारज रहे है। ये सारिया चीज़ों से जो इकट्ठे होकर बैठते हैं लीडर, फिर गलबात करते हैं। केजरीवाल ने पूछा होना भगवंत जी तुहाडी नज़र च भगवंत जी असीं किवें हारे, राघव जी तुसीं किवें सोचदे हो असीं क्यों हारे। फिर इन्हां सारे लीडरां ने अपने अपने तर्क दिते होने, क्योंकि हार उस लीडर तो हुई है जिहड़ा लीडर 1999 तो बाद जितया। कांग्रेस, बीजेपी, अकाली दल तो किते नेड़े नेड़े भी नहीं मुकाबले च रहे, ते हरा कौन गया? वो लीडर जिहदा मजाक कर रहे सी कई आम आदमी पार्टी के लीडर। सो इस करके ये हार ज्यादा पीड़ादायक है। और इस हार नाल बीजेपी नूं बड़ी खुशी मिली होनी कि असीं हुण हरियाणे च, हिमाचल च, गुजरात च दसांगे कि सरकार बनन तो बाद 3 महीने बाद ही आम आदमी पार्टी हार गई। और ये आम आदमी पार्टी की भी जी जित का अभियान से उन्होंने सट वजी है। छेती छेती हारदी नहीं आम आदमी पार्टी हरजोत जी, ये तो लोक सभा की चोण हार गई जी। मैं एक सवाल करना चाह रही थी, जिवें तुसीं कुछ नाम लए आम आदमी पार्टी के लीडरां दे, आगूआं दे, जे आम आदमी पार्टी ये समझदी सी कि अगर वो पहला ही उन्होंने कोई दे देंदे, अहुदा दे देंदे तो शायद इस तरह की हार ना हुंदी। पर की इत्थे समझा जाए कि पंजाब के जो मुख मंत्री ने भगवंत सिंह मान, वो हले भी अपने ही पार्टी के जो लीडर ने जित के आए जिहड़े ने होर आगू ने उन्होंने विश्वास भरोसा नहीं करते, जिहड़ा उन्होंने इन्ने सारे कई महकमे अपने कोल कई रखे हुए ने। की कारण समझा जा सकता है कि उन्होंने हले तक विस्तार नहीं किया? देखो मैनू लगता है हजे दिल्ली तो हरी झंडी नहीं आई। यही कल सलाह मशवरा हुआ होना भगवंत मान को, कहते 28-29 महकमे ने। देखो भगवंत मान सौंदे नहीं, उन्होंने चेहरा देखो है पता लगता है भी वो दिन रात मेहनत कर रहे हैं। नींद बहुत घट है भगवंत मान उन्होंने, पर वो जेडे दिल्ली गए ने सरकारी गड्डियां च, पहला हैलीकॉप्टर च, ਉਹਦਾ कारण यही सी भी वो उत्थों हरी झंडी लैन गए, क्योंकि हरी झंडी उत्थे है। देखो हरी झंडी तो केजरीवाल नाल दिखाते, हुण जदों बसां रवाना करनियां सी पंजाब च ते भगवंत मान दे नाल हरी झंडी केजरीवाल जी ने दिखाई। तुसीं देखो कि बसां दे उद्घाटन लई तां दिल्ली तो आए केजरीवाल साहब झंडी दिखाउण, ते तुहानूं की लगदा है कि जिहड़े मंत्री ने हरजोत जी उन्हां नूं हरी झंडी इकल्ले भगवंत मान ही दे देणगे? हालांकि उन्होंने जिहड़ी हरी झंडी देनी वो केजरीवाल साहब ने देनी है। भगवंत मान जी दोने मिल के उत्थे पहला जिथे वो मीटिंग करते हैं उत्थे हरी झंडी दिंदे आ, फिर पंजाब आके भावें भगवंत मान जी वखरे तौर पर हरी झंडी दे देण। सो कल उन्हां दी गल सुनो, जदों वो आए ने मुख्यमंत्री नाल मिलण तो बाद साडे उत्थे पत्रकार सीगे, उन्होंने पूछा, उदों भगवंत मान जी ने कहा कि असीं कई विषयां ते गल्लां कीतियां ने पर मंत्रियों ते नहीं गल हुई। वो कहते मैं अपनी कैबिनेट नाल बैठ के विचार करूंगा फिर नाम अनाउंस करूंगा। कि ये संभव है कि तुसी अपनी पार्टी दे मुखी तो मंत्री चुनन तो पहला कोई डिस्कशन ना करो? कह सकते हो तुसी भी असीं नहीं कीती, पर कीती तुसी हुंदी है। बिल्कुल। सो इस करके परिवार च कोई भी फैसला हुंदा वो राय नाल हुंदा, सलाह मशवरे नाल हुंदा, वो मन मर्जियां दे फैसले नहीं हुंदे। ठीक है, कहन नूं हमेशा यही कह दीदा भी परिवार च मैं जो कहना उही हुंदा, पर हुंदा परिवार च सब दी सहमति नाल। जी बिल्कुल सही किया, पर शायद किते ना किते पंजाब दी जनता नूं भी ऐसे गल दा रोस है कि जो पंजाब दे फैसले ने वाया दिल्ली क्यों हो रहे ने। शायद इसे करके जो असीं संगरूर जिमनी चोणां दे नतीजे देखे ने, शायद ये भी एक वड्डा कारण जरूर रहा होएगा। सो वैसे ये भी कहना हले बहुत जल्दबाजी होएगी कि कुछ महीनों के कामकाज तो बाद एकदम एक तरफा जो लोगों की सोच हो जाती है। सो कुछ समा भी जरूर देना चाहिए किसी पार्टी नूं। अगर नवी पार्टी है, पंजाब विच सरकार बनाई है, काम नूं ली ते लिआंदे होए टाइम तो लगता ही है। सिस्टम विच अगर असीं कोई चीज नवी करना चाहते हैं तो टाइम तो लगता ही है। देखो जदों उम्मीदां बहुत ज्यादा आपां किसी दे जहन च पैदा कर दिंदे आ ते फिर अपना फर्ज है कि असीं जे पूरियां उम्मीदां नहीं पैदा पूरियां कर सकते, थोड़ियां बहुत जरूर करिए। अगर असी बिल्कुल ही किसी फिर ना उम्मीद कर देंगे वो भी चंगा नहीं हुंदा। उंज कुछ फैसले आम आदमी पार्टी ने चंगे कीते ने। देखो बसां चलातियां इंदिरा गांधी एयरपोर्ट ते, करप्शन के खिलाफ अभियान छेड़िया, कुछ फैसले चंगे ने। ये नहीं कि सरकार ने देखो भावें मूंगी नहीं खरीदी गई MSP तो 7275 रुपए ते, पर किड्डे वड्डे वादे कीते सी। हुण इहदे नाल नुकसान की होना? तुहानूं लगदा है हरजोत जी अगले साल जदों भगवंत मान जी कहणगे भी तुसीं मूंगी बीजो MSP असीं देवांगे, ते तुहानूं लगदा किसान मूंगी बीजणगे?
₹7275 ਰੁਪਏ ਕਹਿ ਕੇ ਉਹਨਾਂ ਨੇ ਪ੍ਰਾਈਵੇਟ ਪਲੇਅਰ ਨੂੰ ਸਸਤੀ ਮੂੰਗੀ ਵੇਚਦੀ। ਤੇ ਫਿਰ ਜੇ ਅਸੀਂ ਉਮੀਦ ਕਰੀਏ ਵੀ ਸਾਡੇ ਕਿਸਾਨ ਕਣਕ ਝੋਨਾ ਛੱਡਦੇ ਨੇ, ਇਸੇ ਕਰਕੇ ਨਹੀਂ ਉਹ ਛੱਡਦੇ, ਕਿਉਂਕਿ ਸਰਕਾਰਾਂ ਦੀ ਕਹਿਣੀ ਤੇ ਕਰਨੀ 'ਚ ਫਰਕ ਹੈ। ਇਕੱਲੇ ਭਗਵੰਤ ਮਾਨ ਨਾਲ ਗਿਲਾ ਨਹੀਂ, ਇਹ ਪੂਰਾ ਸਿਸਟਮ ਜਿਹੜਾ ਭਗਵੰਤ ਮਾਨ ਤੋਂ ਇਹ ਬਿਆਨ ਦਵਾ ਦਿੰਦਾ ਨਾ ਜੀ। ਭਗਵੰਤ ਮਾਨ ਨੂੰ, ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਨੂੰ ਪਤਾ ਹੋਣਾ ਵੀ ਜੇ ਮੈਂ ਅੱਜ ਅਨਾਉਂਸ ਕਰਦਾ 7275 ਰੁਪਏ ਤੇ ਮੈਂ ਦੇ ਦਊਂਗਾ, ਉਹਨੂੰ ਅਫਸਰਾਂ ਨੇ ਕਿਹਾ ਹੋਣਾ ਵੀ ਆਪਾਂ ਕਰ ਲਾਂਗੇ ਜੀ ਜੁਗਾੜ ਪੈਸਿਆਂ ਦਾ, ਫਿਰ ਖਰੀਦੀ ਕਿਉਂ ਨਹੀਂ? ਹੁਣ ਇਹਦੇ 'ਚ ਭਗਵੰਤ ਮਾਨ ਜੀ ਟਵੀਟ ਕਰਨੇ, ਜਿਹੜੇ ਅਫਸਰ ਜ਼ਿੰਮੇਦਾਰ ਹੈ ਉਹਨਾਂ ਦਾ ਨਾਂ ਲੈ ਦੇਣ। ਇਹਦੇ 'ਚ ਤਾਂ ਮੈਂ ਝੂਠ ਨਹੀਂ ਨਾ ਬੋਲ ਰਿਹਾ। ਹਾਲਾਂਕਿ ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ, ਮੈਂ ਸਵਾਲ ਖੜੇ ਕੀਤੇ ਪ੍ਰਗਟ ਸਿੰਘ ਤੇ ਸੁਖਬੀਰ ਬਾਦਲ ਤੇ, ਉਹ ਵੀ ਇੱਕ ਤਰੀਕਾ ਸੀ ਮੇਰਾ ਆਪਣੀ ਗੱਲ ਕਹਿਣ ਦਾ। ਸੋ ਇਸ ਕਰਕੇ ਭਗਵੰਤ ਮਾਨ ਦੀ ਇਮਾਨਦਾਰੀ ਤੇ ਭਗਵੰਤ ਮਾਨ ਕਰਨਾ ਬਹੁਤ ਕੁਝ ਚਾਹੁੰਦੇ ਨੇ, ਪਰ ਜਦੋਂ ਕਰਨਗੇ, ਕਰਨ ਲੱਗ ਜਾਣਗੇ, ਦੇਖੋ ਪਲੇਅਰ ਤੇ ਚੰਗੇ ਹੋਣ ਨਾਲ ਕੁਝ ਨਹੀਂ ਹੁੰਦਾ, ਗੋਲ ਕਰਨਾ ਪੈਂਦਾ। ਬਿਲਕੁਲ, ਅਸੀਂ ਚੰਗਾ ਪਲੇਅਰ ਹਾਕੀ ਟੀਮ 'ਚ ਭੇਜ ਦਿੰਦੇ ਆ, ਜੇ ਉਹ ਗੋਲ ਹੀ ਨਹੀਂ ਕਰੂਗਾ ਤੇ ਫਿਰ ਅਸੀਂ ਟਰਾਫੀ ਕਾਹਦੀ ਦੇਵਾਂਗੇ ਉਹਨੂੰ? ਇਸ ਕਰਕੇ ਭਗਵੰਤ ਮਾਨ ਉਹਨਾਂ ਨੂੰ ਡਿਲੀਵਰ ਤਾਂ ਕਰਨਾ ਪੈਣਾ ਔਰ ਉਹਨਾਂ ਨੂੰ ਫੈਸਲੇ ਕਰਨੇ ਪੈਣਗੇ। ਬਾਕੀ ਇਹ ਵੀ ਗੱਲ ਤੁਹਾਡੀ ਠੀਕ ਹੈ, ਇਹ ਵੀ ਨਹੀਂ ਗੱਲ ਹੈਗੀ ਕਿ ਦਿੱਲੀ ਨਾਲ ਸਲਾਹ ਮਸ਼ਵਰਾ ਨਾ ਕਰਨ, ਕਰਨਾ ਬਣਦਾ ਕਿਉਂਕਿ ਉਹਨਾਂ ਦੀ ਪਾਰਟੀ ਦੇ ਮੁਖੀ ਆ ਉੱਥੇ, ਪਰ ਜਿਹੜੇ ਫੈਸਲੇ ਨੇ ਉਹ ਸਮਤਲ ਹੋਣ, ਉਹ ਉਹਨਾਂ 'ਚ ਸਮਾਨਤਾ ਹੋਵੇ, ਇਕੁਇਲਿਬਰੀਅਮ ਹੋਵੇ। ਨਾਰਾਜ਼ਗੀ ਸਭ ਤੋਂ ਵੱਧ ਇਸ ਗੱਲ ਦੀ ਰਹੀ ਪੰਜਾਬ ਦੇ ਲੋਕਾਂ 'ਚ, ਜਿਹੜੇ ਰਾਜ ਸਭਾ ਦੇ ਮੈਂਬਰ ਚੁਣੇ ਗਏ ਆ ਉਹ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਏ। ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਚੁਣ ਲੈਂਦੇ, ਗੱਲ ਵਧੀਆ ਰਹਿਣੀ ਸੀ। ਬਿਲਕੁਲ ਸਹੀ ਕਿਹਾ ਤੁਸੀਂ। ਸੋ ਪਹਿਲਾਂ ਸੁਖਬੀਰ ਬਾਦਲ ਦਾ ਵੀ ਜ਼ਿਕਰ ਕੀਤਾ, ਤਾਂ ਅਕਾਲੀ ਦਲ ਦੀ ਸਿਆਸਤ ਦੇ ਉੱਪਰ ਵੀ ਥੋੜੀ ਚਰਚਾ ਕਰਨੀ ਜ਼ਰੂਰ ਬਣਦੀ ਹੈ। ਕੁਝ ਸਮਾਂ ਪਹਿਲਾਂ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਮਾਣ ਸੀ ਕਿ ਅਸੀਂ ਖੇਤਰੀ ਪਾਰਟੀ ਆ, ਅਸੀਂ ਪੰਜਾਬ ਦੀ ਗੱਲ ਕਰਦੇ ਆ, ਪਰ ਅੱਜ ਦੇ ਸਮੇਂ ਵਿੱਚ ਉਹ ਖੇਤਰੀ ਪਾਰਟੀ ਦੀ ਜੋ ਹਾਲਤ ਹੋ ਗਈ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ। ਅਗਰ ਡੱਲਾ ਜੀ ਆਪਾਂ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰੀਏ, ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਨੂੰ ਦੇਖਣ ਦੀ ਕੋਸ਼ਿਸ਼ ਕਰੀਏ, ਤਾਂ ਅਗਲੇ ਕੁਝ ਸਾਲਾਂ ਵਿੱਚ ਕੀ ਤਸਵੀਰ ਲੱਗ ਰਹੀ ਹੈ ਇਸ ਖੇਤਰੀ ਪਾਰਟੀ ਦੀ, ਜਾਂ ਫਿਰ ਇਹਦਾ ਕਮਜ਼ੋਰ ਹੋਣਾ ਇੱਕ ਨਵੀਂ ਖੇਤਰੀ ਪਾਰਟੀ ਨੂੰ ਜਨਮ ਦਿੰਦਾ ਦਿਖਾਈ ਦੇਗਾ? ਕੀ ਕਹਿੰਦੇ ਨੇ ਆਉਣ ਵਾਲੇ ਸਮੇਂ ਦੇ ਸਮੀਕਰਨ? ਦੇਖੋ, ਸੱਤਾ ਦੇ ਵਿੱਚ ਸੰਤੁਲਨ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਮੇਰਾ ਹੀ ਮੰਨਣਾ ਹੈ ਕੋਈ ਵੀ ਪਾਰਟੀ ਹੈ ਜਿਹੜੀ ਅਗਰ ਉਹ ਬਹੁਤ ਜ਼ਿਆਦਾ ਬਹੁਮਤ ਹਾਸਲ ਕਰ ਲੈਂਦੀ ਹੈ, ਉਹਦੀ ਲਚਕਤਾ ਘਟਦੀ ਹੈ। ਕਿਸੇ ਵੀ ਪੋਲੀਟੀਕਲ ਪਾਰਟੀ ਦਾ ਲਚਕਦਾਰ ਬਣੇ ਰਹਿਣਾ ਬਹੁਤ ਜ਼ਰੂਰੀ ਹੈ। ਜਿਵੇਂ ਇਨਸਾਨ ਅੱਜ ਕੱਲ ਜਿਹੜੇ ਲੋਕ ਐਕਸਰਸਾਈਜ਼ ਘੱਟ ਕਰਦੇ ਨੇ, ਤੁਰਦੇ ਘੱਟ ਹੈ, ਡਾਕਟਰ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਤੁਰਿਆ ਕਰੋ। ਅਸੀਂ ਆਮ ਲੋਕ ਤਾਂ ਉਦਾਂ ਸਾਈਕਲ ਚਲਾ ਲੈਂਦੇ ਆ, ਪੈਡਲ ਮਾਰ ਲੈਂਦੇ ਆ, ਫਿਰ ਉਹ ਮਸ਼ੀਨਾਂ ਵਾਲੇ ਸਾਈਕਲ ਲਿਆਉਂਦੇ ਨੇ, ਫਿਰ ਉਹ ਮਸ਼ੀਨ ਵਾਲੇ ਸਾਈਕਲ ਤੇ ਸਵੇਰੇ ਸ਼ਾਮ ਐਕਸਰਸਾਈਜ਼ ਕਰਦੇ ਨੇ। ਸੋ ਪੋਲੀਟੀਕਲ ਪਾਰਟੀਆਂ 'ਚ ਲਚਕਤਾ ਬਣੀ ਰਹਿਣੀ ਚਾਹੀਦੀ ਹੈ। ਉਹ ਤਾਂ ਬਣਦੀ ਹੈ ਅਗਰ ਸੱਤਾ ਦਾ ਸੰਤੁਲਨ ਹੋਵੇ। ਹੁਣ ਆਮ ਆਦਮੀ ਪਾਰਟੀ ਕੋਲੇ 92 ਵਿਧਾਇਕ ਨੇ, ਅਗਰ ਆਮ ਆਦਮੀ ਪਾਰਟੀ ਕੋਲੇ 65 ਵਿਧਾਇਕ ਹੁੰਦੇ ਤੇ ਫਿਰ ਆਮ ਆਦਮੀ ਪਾਰਟੀ ਨੂੰ ਪਤਾ ਹੋਣਾ ਸੀ ਵੀ ਵਿਰੋਧੀ ਧਿਰ ਵੀ ਹੈਗੀ ਹੈ। ਹੁਣ ਉਹਨਾਂ ਨੂੰ ਵਿਰੋਧੀ ਧਿਰ ਦਿਖ ਨਹੀਂ ਰਹੀ। ਇਸੇ ਤਰ੍ਹਾਂ ਖੇਤਰੀ ਪਾਰਟੀ ਹੈ, ਖੇਤਰੀ ਪਾਰਟੀ ਦੀ ਹੋਂਦ ਬਹੁਤ ਜ਼ਰੂਰੀ ਹੈ। ਮੈਂ ਤਾਂ ਕਹਿੰਦਾ ਪੰਜਾਬ 'ਚ 2-3 ਵੱਡੀਆਂ ਖੇਤਰੀ ਪਾਰਟੀਆਂ ਹੋਣੀਆਂ ਚਾਹੀਦੀਆਂ ਨੇ। ਕਦੀ ਇੱਕ ਨੂੰ ਮੌਕਾ ਮਿਲ ਜੇ, ਉਹ ਨਾ ਪਰਫਾਰਮ ਕਰੇ, ਦੂਸਰੀ ਨੂੰ ਮੌਕਾ ਮਿਲ ਜੇ। ਔਰ ਮੈਂ ਤਾਂ ਇੱਥੋਂ ਤੱਕ ਮੇਰੀ ਸੋਚ ਹੈ ਕਿ ਪੰਜਾਬ ਦੀ ਸਰਕਾਰ ਬਣਨੀ ਖੇਤਰੀ ਪਾਰਟੀ ਦੀ ਚਾਹੀਦੀ ਹੈ, ਪਰ ਜੇ ਕੋਈ ਖੇਤਰੀ ਪਾਰਟੀ ਆਪਣੇ ਆਪ ਨੂੰ ਉਭਾਰੂਗੀ ਨਹੀਂ ਤੇ ਵਧੀਆ ਰੂਲ ਨਹੀਂ ਕਰੂਗੀ। ਹੁਣ ਅਕਾਲੀ ਦਲ ਨੂੰ ਕਿੰਨਾ ਮੌਕਾ ਦਿੱਤਾ ਪੰਜਾਬ ਨੇ? 5 ਵਾਰੀ ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ। ਅਗਰ ਇਹ ਉਸ ਤਰੀਕੇ ਦੀ ਡਿਲੀਵਰੀ ਦਿੰਦੇ ਸੁਖਬੀਰ ਬਾਦਲ ਜੀ ਤੇ ਅੱਜ ਮੁੱਖ ਮੰਤਰੀ ਹੁੰਦੇ। ਸੋ ਅਕਾਲੀ ਦਲ ਜਾਂ ਕੋਈ ਵੀ ਖੇਤਰੀ ਪਾਰਟੀ ਹੈ, ਉਹਦਾ ਪੰਜਾਬ 'ਚ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੈ। ਉਹਦੇ ਨਾਲ ਸੱਤਾ ਦਾ ਸੰਤੁਲਨ ਬਣਿਆ ਰਹਿੰਦਾ। ਹਾਂ, ਹੋਰ ਪੋਲੀਟੀਕਲ ਪਾਰਟੀ ਦੀ ਸਕੋਪ ਹੈ, ਨਿਸ਼ਚਿਤ ਤੌਰ ਤੇ ਹੋਰ ਪੋਲੀਟੀਕਲ ਪਾਰਟੀ ਚਾਹੀਦੀ ਹੈ। ਔਰ ਮੈਂ ਹਮੇਸ਼ਾ ਵਕਾਲਤ ਕਰਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਵੱਖਰੀ ਪਾਰਟੀ ਬਣਾ ਲੈਣੀ ਚਾਹੀਦੀ ਹੈ। ਉਹ ਜਿਸ ਦਿਨ ਵੀ ਬਣਾਉਣਗੇ ਜਾਂ ਨਹੀਂ ਬਣਾਉਣਗੇ ਇਹ ਤਾਂ ਨਵਜੋਤ ਸਿੰਘ ਸਿੱਧੂ ਜਾਣਦੇ ਨੇ, ਪਰ ਅਗਰ ਨਵਜੋਤ ਸਿੰਘ ਸਿੱਧੂ ਆਪਣੀ ਪੋਲੀਟੀਕਲ ਪਾਰਟੀ ਬਣਾ ਲੈਣ, ਡਾਕਟਰ ਧਰਮਵੀਰ ਗਾਂਧੀ, ਨਵਜੋਤ ਸਿੰਘ ਸਿੱਧੂ, ਇਹ ਲੋਕ ਇਕੱਠੇ ਹੋ ਜਾਣ, ਕੁਝ ਲੋਕ ਹੋਰ ਵੀ ਨੇ, ਉਹਨਾਂ ਦੇ ਨਾਮ ਸਾਰੇ ਪੰਜਾਬੀ ਜਾਣਦੇ ਨੇ। ਅਗਰ ਇਹ 4-5 ਲੀਡਰ ਪੰਜਾਬ ਦੇ ਇਕੱਠੇ ਹੋ ਜਾਣ ਤੇ ਪੰਜਾਬ ਨੂੰ ਇੱਕ ਚੰਗੀ ਪੋਲੀਟੀਕਲ ਪਾਰਟੀ ਦੇ ਸਕਦੇ ਨੇ। ਨਹੀਂ ਤਾਂ ਨਵਜੋਤ ਸਿੰਘ ਸਿੱਧੂ ਕੱਲਾ ਸਮਰੱਥ ਹੈ, ਆਪਣੀ ਪੋਲੀਟੀਕਲ ਪਾਰਟੀ ਬਣਾ ਲੈਣ। ਡਾਕਟਰ ਧਰਮਵੀਰ ਗਾਂਧੀ ਵੀ ਸਮਰੱਥ ਨੇ, ਉਹ ਬਣਾਉਂਦੇ ਜਾਂ ਨਹੀਂ ਬਣਾਉਂਦੇ ਉਹਨਾਂ ਦੀ ਮਰਜ਼ੀ ਹੈ। ਪਰ ਪਾਰਟੀ ਅਗਰ ਸਾਡੇ ਖੇਤਰੀ ਬਣਦੀ ਹੈ, ਉਹਦੇ ਨਾਲ ਸੰਭਾਵਨਾਵਾਂ ਬਿਲਕੁਲ ਹੈਗੀਆਂ ਨੇ। ਔਰ ਤੁਸੀਂ ਹੁਣ ਦੇਖੋ, ਤੁਸੀਂ ਕਿਹਾ ਸੀ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਨੀ, ਮੈਂ ਛੇੜ ਦਿੰਦਾ।
ਸਿਮਰਨਜੀਤ ਸਿੰਘ ਮਾਨ ਵੀ ਅਗਰ ਉਹਨਾਂ ਦੀ ਉਮਰ ਸਿਆਣੀ ਹੋ ਗਈ, 77-80 ਸਾਲ ਦੇ ਕਰੀਬ ਹੋ ਗਏ, ਲੇਕਿਨ ਅੱਜ ਵੀ ਅਗਰ ਉਹ ਆਪਣੀ ਪੋਲੀਟੀਕਲ ਪਾਰਟੀ ਨੂੰ ਤਕੜਾ ਕਰਨਾ ਚਾਹਣ ਤੇ ਉਹਨਾਂ ਕੋਲੇ ਮੌਕਾ ਹੈ। ਕਿਉਂਕਿ ਖੇਤਰਵਾਦ ਇਸ ਵਕਤ ਖੇਤਰਵਾਦ ਦੇ ਵਿੱਚ ਸੰਭਾਵਨਾ ਹੈ ਕਿ ਇੱਕ ਹੋਰ ਪੋਲੀਟੀਕਲ ਪਾਰਟੀ ਆ ਜਿਹੜੀ ਉਹ ਤਕੜੀ ਹੋ ਸਕੇ। ਸੋ ਹੁਣ ਦੇਖਦੇ ਹਾਂ ਕਿਹੜੇ ਲੋਕ ਕਾਮਯਾਬ ਹੁੰਦੇ ਨੇ। ਜਿਹੜੀ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ, ਦੇਖੋ ਕੱਲ ਫੋਨ ਵੀ ਆਇਆ, ਤੁਸੀਂ ਮੈਨੂੰ ਜ਼ਿਕਰ ਕਰ ਰਹੇ ਸੀ, ਕੱਲ ਜੇਪੀ ਨੱਡਾ ਉਹਨਾਂ ਨੇ ਟੈਲੀਫੋਨ ਵੀ ਕੀਤਾ ਸੁਖਬੀਰ ਜੀ, ਹਰਜੋਤ ਜੀ, ਸੁਖਬੀਰ ਬਾਦਲ ਨੂੰ। ਜੇਪੀ ਨੱਡਾ ਉਹਨਾਂ ਨੇ ਫੋਨ ਵੀ ਕੀਤਾ ਸੁਖਬੀਰ ਬਾਦਲ ਨੂੰ, ਔਰ ਉਹਨਾਂ ਨੇ ਮਦਦ ਮੰਗੀ ਹੈ ਕਿ ਜਿਹੜੇ ਸਾਡੇ ਕੈਂਡੀਡੇਟ ਨੇ ਦ੍ਰੋਪਦੀ ਮੁਰਮੂ ਜੀ, ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਐਨਡੀਏ ਦੇ ਕੈਂਡੀਡੇਟ ਆ, ਤੁਸੀਂ ਮਦਦ ਕਰੋ। ਇੱਕ ਤਰੀਕੇ ਨਾਲ ਇਹ ਇੱਕ ਨੇੜਤਾ ਬਣਾਉਣ ਵਾਲੀ ਗੱਲ ਸ਼ੁਰੂ ਹੋ ਗਈ, ਕਿਉਂਕਿ 2 MP ਨੇ ਅਕਾਲੀ ਦਲ ਦੇ ਔਰ 3 MLA ਨੇ, ਕੁੱਲ 5 ਵੋਟਾਂ ਨੇ ਜੀ। ਇਹ ਬਾਅਦ ਚ ਤੈਅ ਹੋਣਗੀਆਂ ਵੀ ਇੱਕ ਵੋਟ ਦੀ ਵੈਲਿਊ ਕਿੰਨੀ ਹੈ ਸੰਵਿਧਾਨ ਦੇ ਮੁਤਾਬਕ, ਉਹ ਤਾਂ ਬਾਅਦ ਚ ਤੈਅ ਹੋਊਗੀ ਕਿ ਇੱਕ ਵੋਟ ਨੂੰ ਕਿਵੇਂ ਮੰਨਿਆ ਜਾਊਗਾ। ਪਰ ਹੈ ਤਾਂ 5 ਮੈਂਬਰ ਨੇ ਨਾ, 2 ਲੋਕ ਸਭਾ ਦੇ, 3 ਵਿਧਾਨ ਸਭਾ ਦੇ, ਪਰ ਫਿਰ ਵੀ ਉਹਨਾਂ ਨੇ ਟੈਲੀਫੋਨ ਕੀਤਾ। ਔਰ ਇਹਦੇ ਨਾਲ ਇੱਕ ਖੜੋਤ ਵੀ ਟੁੱਟਦੀ ਨਜ਼ਰ ਆਉਂਦੀ ਹੈ ਕਿਤੇ ਨਾ ਕਿਤੇ। ਦੇਖੋ ਮੌਕਾ ਹੁੰਦਾ, ਜੇ ਅਸੀਂ ਆਪਣੇ ਕਿਸੇ ਗੁਆਂਢੀ ਨਾਲ, ਕਿਸੇ ਰਿਸ਼ਤੇਦਾਰ ਨਾਲ ਨਾਰਾਜ਼ਗੀ ਹੋਵੇ ਤੇ ਘਰ 'ਚ ਵਿਆਹ ਹੋਵੇ ਤੇ ਅਸੀਂ ਡੱਬਾ ਦੇਣ ਚਲੇ ਜਾਂਦੇ ਹਾਂ ਤੇ ਉਹ ਜਿਹੜੀ ਨਾਰਾਜ਼ਗੀ ਆ ਉਹ ਖਤਮ ਹੋ ਜਾਂਦੀ ਹੈ, ਉਹ ਨਵੇਂ ਸਿਰੇ ਤੋਂ ਰਿਸ਼ਤਾ ਬਣ ਜਾਂਦਾ। ਇਸੇ ਤਰ੍ਹਾਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਜੇਪੀ ਨੱਡਾ ਸਾਹਿਬ ਨੇ ਫੋਨ ਕਰ ਲਿਆ, ਸੁਖਬੀਰ ਬਾਦਲ ਜੀ ਖੁਸ਼ ਬੜੇ ਹੋਏ। ਕੱਲ ਉਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਕੀਤੀ, ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣੀ, ਸੁਖਬੀਰ ਬਾਦਲ ਦੇ ਚਿਹਰੇ ਤੇ ਪੂਰੀ ਰੌਣਕ ਸੀ। ਉਹਨਾਂ ਨੂੰ ਵੀ ਉਮੀਦ ਬਣੀ ਕਿ ਜਿਹੜਾ ਸਾਡੇ 'ਚ ਡਾਇਲੌਗ ਖਤਮ ਹੋ ਗਿਆ ਸੀ ਉਹ ਇਸੇ ਬਹਾਨੇ ਸ਼ੁਰੂ ਹੋਊਗਾ। ਔਰ ਕੱਲ ਦ੍ਰੋਪਦੀ ਮੁਰਮੂ ਜੀ ਆਏ ਹੋਏ ਸੀਗੇ ਚੰਡੀਗੜ੍ਹ, ਉੱਥੇ ਉਹ ਜਿਹੜਾ UT ਗੈਸਟ ਹਾਊਸ ਹੈ ਉੱਥੇ ਠਹਿਰੇ ਸੀ, ਤੇ ਸੁਖਬੀਰ ਬਾਦਲ, ਪ੍ਰੋਫੈਸਰ ਚੰਦੂਮਾਜਰਾ ਔਰ ਵੱਡੂ ਇਹਨਾਂ ਦੇ ਜਿਹੜੇ ਮੈਂ ਨਾਮ ਭੁੱਲ ਗਿਆ, ਇੱਕ ਰਾਜ ਸਭਾ ਦੇ ਮੈਂਬਰ ਸੀ ਸਾਬਕਾ, ਤੇ ਉਹ ਸਾਰੇ ਉੱਥੇ ਮਿਲ ਕੇ ਆਏ। ਮੈਂ ਤਸਵੀਰ ਵੀ ਦੇਖੀ ਇਹਨਾਂ ਦੀ, ਅਕਾਲੀ ਦਲ ਦੇ ਫੇਸਬੁੱਕ ਪੇਜ ਤੇ ਪਈ ਹੋਈ ਹੈ। ਸਾਰੇ ਲੋਕ ਮਿਲ ਕੇ ਆਏ ਔਰ ਮੈਨੂੰ ਲੱਗਦਾ ਕਿ ਹੁਣ ਰਾਸ਼ਟਰਪਤੀ ਨੂੰ ਵੋਟ ਪਾਉਣਗੇ। ਉਮੀਦ ਹੈ ਕਿ ਦ੍ਰੋਪਦੀ ਮੁਰਮੂ ਜੀ ਜਿੱਤ ਸਕਦੇ ਨੇ। ਬਾਕੀ ਦੂਸਰੇ ਪਾਸੇ ਜਿਹੜੇ ਦੂਜੇ ਸਾਂਝੇ ਉਮੀਦਵਾਰ ਨੇ ਵਿਰੋਧੀ ਧਿਰਾਂ ਦੇ ਜੀ, ਉਹ ਵੀ ਕਾਫੀ ਜ਼ਿਆਦਾ ਇਸ ਵਕਤ ਸਰਗਰਮ ਨੇ, ਉਹ ਵੀ ਸਾਰਿਆਂ ਤੋਂ ਸਮਰਥਨ ਮੰਗ ਰਹੇ ਨੇ। ਪਰ ਇਸੇ ਬਹਾਨੇ ਅਕਾਲੀ ਦਲ ਔਰ ਬੀਜੇਪੀ ਨੇੜੇ ਹੋ ਸਕਦਾ ਹੈ ਹਰਜੋਤ ਜੀ। ਔਰ ਦੇਖੋ ਬੀਜੇਪੀ ਨੇ ਵੀ ਦੇਖ ਲਿਆ ਵੀ ਅਸੀਂ ਸੁਨੀਲ ਜਾਖੜ ਸਾਹਿਬ ਨੂੰ ਲੈ ਲਿਆ, ਅਸੀਂ ਦੂਜੇ ਮੰਤਰੀ ਲੈ ਲਏ ਪੁਰਾਣੇ ਕਾਂਗਰਸ ਦੇ, ਤੇ ਸਾਡੀ ਗੱਲ ਤਾਂ ਕੋਈ ਫਰਕ ਤਾਂ ਪਿਆ ਹੀ ਨਹੀਂ। ਸੋ ਕੇਵਲ ਢਿੱਲੋਂ ਜਿੰਨੀਆਂ ਵੋਟਾਂ ਲੈ ਗਏ ਉਹ ਤਾਂ ਆਪਣੇ ਦਮ ਤੇ ਹੀ ਲੈ ਗਏ। ਮੈਨੂੰ ਲੱਗਦਾ ਕੋਈ ਬਹੁਤਾ ਜ਼ਿਆਦਾ ਦੂਜੇ ਕਾਂਗਰਸੀਆਂ ਦਾ ਕੋਈ ਰੋਲ ਨਹੀਂ ਉਹਦੇ ਵਿੱਚ ਹੋਣਾ ਮੈਨੂੰ ਲੱਗਦਾ। ਤੇ ਬੀਜੇਪੀ ਵੀ ਕੋਈ ਬਹੁਤੀ ਜ਼ਿਆਦਾ ਖੁਸ਼ ਨਹੀਂ ਹੋਣੀ। ਬੀਜੇਪੀ ਨੇ ਸੋਚਿਆ ਹੋਣਾ ਵੀ ਸੁਨੀਲ ਜਾਖੜ ਸਾਹਿਬ ਬਹੁਤ ਵੱਡੇ ਲੀਡਰ ਨੇ, ਸ਼ਾਇਦ ਸਾਨੂੰ ਸੰਗਰੂਰ 'ਚ ਜਿਤਾ ਦੇਣਗੇ। ਬੀਜੇਪੀ ਤਾਂ ਇਹ ਸੋਚਦੀ ਹੋਣੀ ਹੈ ਜਿੱਥੇ ਆਮ ਆਦਮੀ ਪਾਰਟੀ ਹਾਰ ਗਈ ਉੱਥੇ ਕਾਂਗਰਸ ਕੁਛ ਨਹੀਂ ਕਰ ਸਕੀ, ਬੀਜੇਪੀ ਕੁਛ ਨਹੀਂ ਕਰ ਸਕੀ, ਤੇ ਉੱਥੇ ਨਾ ਅਕਾਲੀ ਦਲ ਕੁਛ ਕਰ ਸਕਿਆ, ਤੇ ਉੱਥੇ ਸਿਮਰਨਜੀਤ ਸਿੰਘ ਮਾਨ ਜਿੱਤ ਗਏ। ਬੀਜੇਪੀ ਇਹ ਸੋਚ ਰਹੀ ਹੋਣੀ ਹੈ ਵੀ ਜਿੱਥੇ ਆਮ ਆਦਮੀ ਪਾਰਟੀ ਕਮਜ਼ੋਰ ਹੋ ਗਈ, ਜੇ ਅਸੀਂ ਉੱਥੇ ਵੀ ਨਹੀਂ ਖੜ ਸਕਦੇ ਜਿੱਥੇ ਆਮ ਆਦਮੀ ਪਾਰਟੀ ਕਮਜ਼ੋਰ ਹੈ, ਤੇ ਫਿਰ ਅਸੀਂ ਖੜਾਂਗੇ ਕਿੱਥੇ? ਸੋ ਇਸ ਕਰਕੇ ਬੀਜੇਪੀ ਨੇ ਵੀ ਇਹਦੇ ਤੇ ਜ਼ਰੂਰ ਸੋਚ ਵਿਚਾਰ ਕੀਤਾ ਹੋਣਾ। ਉਹਨਾਂ ਨੂੰ ਬੜੀ ਉਮੀਦ ਸੀ ਹਰਜੋਤ ਜੀ, ਜੋ ਮੈਨੂੰ ਪਤਾ ਲੱਗਿਆ ਉਹਨਾਂ ਨੂੰ ਸੀਗਾ ਅਸੀਂ ਜਿੱਤ ਜਾਾਂਗੇ ਇਸ ਵਾਰ। ਔਰ ਜੇ ਬੀਜੇਪੀ ਖਾਤਾ ਖੋਲ ਲੈਂਦੀ ਤੇ ਉਹਨਾਂ ਨੇ 13 ਦੀਆਂ 13 ਸੀਟਾਂ ਦੇ ਮੁਕਾਬਲਾ ਕਰਨਾ ਸੀ ਪੰਜਾਬ 'ਚ। ਪਰ ਹੁਣ ਸਥਿਤੀ ਕੀ ਹੈ? ਬੀਜੇਪੀ ਕੋਲੇ ਕੋਈ ਵੀ ਅਜਿਹਾ ਵੱਡਾ ਕ੍ਰਿਸ਼ਮਾਈ ਲੀਡਰ ਨਹੀਂ ਹੈ ਜਿਹੜਾ ਬੀਜੇਪੀ ਨੂੰ ਸਾਰੇ ਭਾਈਚਾਰਿਆਂ ਦੀਆਂ ਵੋਟਾਂ ਦਬਾ ਦੇ। ਪਰ ਮੇਰਾ ਇਹ ਮੰਨਣਾ ਹੈ ਕਿ ਭਵਿੱਖ 'ਚ ਭਾਰਤੀ ਜਨਤਾ ਪਾਰਟੀ ਲਈ ਵੀ ਬਹੁਤ ਵੱਡੀ ਚੁਣੌਤੀ ਹੈ, ਕਿਉਂਕਿ ਬੀਜੇਪੀ ਨੇ ਪੰਜਾਬ 'ਚ ਆਪਣੀ ਲੀਡਰਸ਼ਿਪ ਨਹੀਂ ਪੈਦਾ ਕੀਤੀ। ਬੀਜੇਪੀ ਵੀ ਉਧਾਰੀ ਲੀਡਰਸ਼ਿਪ ਲੈਣ ਲੱਗ ਗਈ। ਕਾਂਗਰਸ ਦੇ ਲੀਡਰ ਲੈ ਲਏ, ਕੋਈ ਅਕਾਲੀ ਦਲ ਦਾ ਲੈ ਲਿਆ, ਕੋਈ ਉਧਰੋਂ ਲੈ ਲਿਆ, ਇਧਰੋਂ ਲੈ ਲਿਆ। ਉਹਦੇ ਨਾਲ ਸਿਆਸਤ ਨਹੀਂ ਹੋਣੀ, ਆਪਣੀ ਲੀਡਰਸ਼ਿਪ ਹੀ ਬੀਜੇਪੀ ਨੂੰ ਬਣਾਉਣੀ ਪੈਣੀ ਹੈ। ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜੇਪੀ ਨੱਡਾ ਨੇ ਜਿਵੇਂ ਸੁਖਬੀਰ ਬਾਦਲ ਨੂੰ ਸਮਰਥਨ ਦੇ ਲਈ ਫੋਨ ਕੀਤਾ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ
ਬੀਜੇਪੀ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਉਹ ਇੱਕ ਦੂਸਰੇ ਦੇ ਨਾਲ ਹੀ ਰਲ ਕੇ ਜਦ ਤੱਕ ਚੱਲ ਰਹੇ ਸੀ ਤਾਂ ਤਾਕਤ ਸੀ, ਤੇ ਕੱਲੇ-ਕੱਲੇ ਜਦੋਂ ਤੋਂ ਹੋਏ ਨੇ ਤਾਂ ਇਹ ਤਾਕਤ ਜੋ ਹੈ ਘਟਦੀ ਨਜ਼ਰ ਆ ਰਹੀ ਹੈ। ਆਪਾਂ ਇਸ ਨੂੰ ਇੱਕ ਸਿੰਬੋਲਿਕ ਤੌਰ ਤੇ ਲੈ ਸਕਦੇ ਹਾਂ ਕਿ ਦੋਵਾਂ ਵਿੱਚ ਜੋ ਨੇੜਤਾ ਦੁਬਾਰਾ ਹੋਣ ਦੇ ਆਸਾਰ ਹੋ ਸਕਦੇ ਨੇ। ਪਰ ਨਾਲ ਹੀ ਇੱਕ ਸਵਾਲ ਮੈਂ ਇਹ ਕਰਨਾ ਚਾਹ ਰਹੀ ਸੀ ਕਿ ਬੜਾ ਜ਼ੋਰ ਲੱਗਿਆ ਹੋਇਆ ਸੀ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ। ਹੁਣ ਸਿਮਰਨਜੀਤ ਸਿੰਘ ਮਾਨ ਜਦੋਂ ਜਿੱਤ ਜਾਂਦੇ ਨੇ ਤੇ ਉਹਨਾਂ ਦੀ ਜਿੱਤ ਦੇ ਨਾਲ ਪੰਜਾਬ ਦੀ ਸਿਆਸਤ ਵਿੱਚ ਕਿਸ ਤਰ੍ਹਾਂ ਦੇ ਅਗਾਊਂ ਫਰਕ ਜਾਂ ਨਤੀਜੇ ਹੋਰ ਨਿਕਲਦੇ ਦਿਖ ਸਕਦੇ ਨੇ ਪੰਜਾਬ ਦੀ ਸਿਆਸਤ ਵਿੱਚ? ਬਿਲਕੁਲ, ਮੈਂ ਇਸ ਸਵਾਲ ਦੇ ਜਵਾਬ ਤੋਂ ਪਹਿਲਾਂ ਤੁਹਾਡੇ ਪਿਛਲੇ ਸਵਾਲ ਨੂੰ ਥੋੜਾ ਜਿਹਾ ਅੱਗੇ ਵਧਾ ਦੂੰਗਾ। ਜਿਵੇਂ ਤੁਸੀਂ ਜ਼ਿਕਰ ਕੀਤਾ, ਦੋਨੇ ਪਾਰਟੀਆਂ ਖੁਸ਼ ਹੋਣਗੀਆਂ, ਦੋਨੇ ਪਾਰਟੀਆਂ ਖੁਸ਼ ਹੋਣਗੀਆਂ, ਅਕਾਲੀ ਦਲ ਵੀ ਬੀਜੇਪੀ ਵੀ, ਕਿਉਂਕਿ ਦੋਨੇ ਉਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਇੱਕ ਦੂਜੇ ਨੂੰ ਕਹਿ ਸਕਣ ਕਿ ਅਸੀਂ ਦੁਬਾਰਾ ਇਕੱਠੇ ਹੋ ਜਾਈਏ। ਜਿਵੇਂ ਤਲਾਕ ਤੋਂ ਬਾਅਦ ਦੁਬਾਰਾ ਵਿਆਹ ਬੜਾ ਔਖਾ ਹੁੰਦਾ, ਕੁਝ ਛੇਤੀ ਵਿਚੋਲਾ ਬਣਨ ਨੂੰ ਹੀ ਨਹੀਂ ਤਿਆਰ ਹੁੰਦਾ, ਤੇ ਉਹੀ ਸਥਿਤੀ ਇਸ ਵਕਤ ਬੀਜੇਪੀ ਦੀ ਹੈ। ਪਰ ਕਿਉਂਕਿ ਇਹ ਮੌਕਾ ਇਹੋ ਜਿਹਾ ਸੀ, ਦੋਨਾਂ ਦੀ ਇਸੇ ਬਹਾਨੇ ਗੱਲ ਤੁਰੀ, ਔਰ ਮੈਨੂੰ ਲੱਗਦਾ ਆਉਂਦੇ ਦਿਨਾਂ ਦੇ ਵਿੱਚ ਹੁਣ ਦੇਖੋ ਜੇਪੀ ਨੱਡਾ ਸਾਹਿਬ ਮਾਣ ਮਹਿਸੂਸ ਕਰਨਗੇ ਕਿ ਅਸੀਂ ਸੁਖਬੀਰ ਬਾਦਲ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੇ ਸਾਡੀ ਗੱਲ ਰੱਖ ਲਈ। ਹੁਣ ਉਹਨਾਂ ਨੂੰ ਕਿਸੇ ਨੇ ਇਹ ਨਹੀਂ ਕਹਿਣਾ ਵੀ ਤੁਸੀਂ ਫੋਨ ਕਿਉਂ ਕੀਤਾ, ਕਿਉਂਕਿ ਉਹ ਸਾਰੀਆਂ ਹੀ ਪਾਰਟੀਆਂ ਨੂੰ ਫੋਨ ਕਰ ਰਹੇ ਸੀ। ਉਹਨਾਂ ਨੇ ਕਹਿਣਾ ਅਸੀਂ ਤਾਂ ਸਾਰਿਆਂ ਨੂੰ ਫੋਨ ਕਰ ਰਹੇ ਸੀ, ਵਿੱਚ ਹੀ ਅਕਾਲੀਆਂ ਨੂੰ ਫੋਨ ਕਰਤਾ। ਸੋ ਗੱਲ ਹੋ ਵੀ ਗਈ ਤੇ ਕੋਈ ਕਿਸੇ ਨੂੰ ਲਾਂਭਾ ਦੇਣ ਜੋਗਾ ਵੀ ਨਹੀਂ। ਸੋ ਇਸ ਕਰਕੇ ਇਹ ਤਾਂ ਗੱਲ ਤੈਅ ਹੈ, ਅਗਰ ਪੰਜਾਬ 'ਚ ਅਕਾਲੀ ਦਲ ਔਰ ਬੀਜੇਪੀ ਇਕੱਠਾ ਰਹੂਗਾ ਉਹ ਮੁਕਾਬਲੇ ਦੀ ਸਥਿਤੀ 'ਚ ਰਹੂਗਾ। ਅਗਰ ਅਕਾਲੀ ਦਲ ਔਰ ਬੀਜੇਪੀ ਅਲੱਗ ਰਹਿਣਗੇ, ਹਜੇ ਵੀ ਇਹ ਸਥਿਤੀਆਂ ਇਹਨਾਂ ਦੀਆਂ ਬਹੁਤੀਆਂ ਸੁਧਰਨੀਆਂ ਨਹੀਂ, ਕਾਂਗਰਸ ਦੀ ਵੀ ਨਹੀਂ ਸੁਧਰਨੀ। ਮੈਂ ਤਾਂ ਕਹਿੰਦਾ ਜੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਖਿਲਾਫ ਕਾਂਗਰਸ, ਅਕਾਲੀ, ਬੀਜੇਪੀ ਇਕੱਠੇ ਹੋਣੇ ਨਹੀਂ ਕਦੀ। ਜੇ ਆਮ ਆਦਮੀ ਪਾਰਟੀ ਦੇ ਖਿਲਾਫ ਇਹ ਤਿੰਨੇ ਵੀ ਇਕੱਠੇ ਹੋ ਜਾਣ, ਇਹ ਤਾਂ ਵੀ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੋਣਗੇ, ਆਪਣੇ ਤੌਰ ਤੇ ਵੀ ਕੰਮ ਕਰਨੇ ਪੈਣੇ ਨੇ। ਹਾਂ, ਅਕਾਲੀ ਬੀਜੇਪੀ ਦੇ ਗਠਬੰਧਨ ਦੀ ਫਿਰ ਵੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਮਾਨਤਾ ਹੈ। ਉਹ ਪ੍ਰਕਾਸ਼ ਸਿੰਘ ਬਾਦਲ ਔਰ ਅਟਲ ਬਿਹਾਰੀ ਵਾਜਪਾਈ ਕਰਕੇ ਜਿਹੜੀ ਉਹ ਮਾਨਤਾ ਬਣੀ ਸੀ, ਉਹਦਾ ਸਤਿਕਾਰ ਸੀ ਲੋਕਾਂ 'ਚ। ਪਰ ਦੇਖੋ ਹੁਣ ਦੁਬਾਰਾ ਇਕੱਠੇ ਹੁੰਦੇ ਨੇ ਜਾਂ ਨਹੀਂ ਹੁੰਦੇ। ਪਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਤੁਸੀਂ ਗੱਲ ਕਹੀ ਹੈ, ਉਹ ਠੀਕ ਹੋ ਕੇ ਆ ਗਏ ਨੇ। ਪਤਾ ਲੱਗਿਆ ਪਟਿਆਲੇ ਹਸਪਤਾਲ 'ਚ ਦਾਖਲ ਸੀ, ਉਹਨਾਂ ਨੂੰ ਛੁੱਟੀ ਮਿਲ ਗਈ। ਰੱਬ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਲੰਮੀ ਉਮਰ ਦੇਵੇ। ਹੁਣ ਸਿਆਸਤ ਬੜੀ ਦਿਲਚਸਪ ਹੋਣੀ ਹੈ ਹਰਜੋਤ ਜੀ। ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਨਾਲ ਵੀ ਮੁਕਾਬਲਾ ਕਰਨਾ ਹੈ, ਬੀਜੇਪੀ ਨਾਲ ਵੀ ਮੁਕਾਬਲਾ ਕਰਨਾ ਹੈ, ਔਰ ਕਾਂਗਰਸ ਤੇ ਅਕਾਲੀ ਦਲ ਨਾਲ ਵੀ ਮੁਕਾਬਲਾ ਕਰਨਾ ਹੈ। ਇਸ ਉਮਰ 'ਚ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਕੋਸ਼ਿਸ਼ ਹੋਣੀ ਹੈ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਿਹੜਾ, ਇਹਨੂੰ ਪੰਜਾਬ ਦੇ ਵਿੱਚ ਇੱਕ ਵੱਡੀ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਖੜਾ ਕਰਾਂ। ਹਾਲਾਂਕਿ ਜਦੋਂ ਸਿਮਰਨਜੀਤ ਸਿੰਘ ਮਾਨ ਹੋਣੇ ਆਪਣੇ ਜਿਹੜਾ ਉਹਨਾਂ ਦਾ ਬੁਨਿਆਦੀ ਏਜੰਡਾ ਉਹਦੇ ਤੇ ਆਉਣਗੇ ਤੇ ਉਦੋਂ ਵਿਰੋਧ ਵੀ ਹੋਣਾ ਹੈ। ਬੀਜੇਪੀ ਦੇ ਲੀਡਰ ਵੀ ਉਦੋਂ ਵਿਰੋਧ ਕਰਨਗੇ ਔਰ ਸੱਤਾਧਾਰੀ ਧਿਰ ਵੀ ਸਾਡੀ ਵਿਰੋਧ ਕਰੂਗੀ। ਸਿਮਰਨਜੀਤ ਸਿੰਘ ਦੇ ਜਿਹੜੇ ਉਹਨਾਂ ਦੇ ਆਪਣੇ ਏਜੰਡੇ ਦੇ ਬਿਆਨ ਹੈ, ਜਿਸ ਦਿਨ ਉਹਨਾਂ ਨੇ ਉਸ ਏਜੰਡੇ ਤੇ ਬਿਆਨ ਦਿੱਤਾ, ਉਸ ਦਿਨ ਦੇਸ਼ ਭਰ ਦੇ ਵਿੱਚ ਬੀਜੇਪੀ ਦੇ ਲੀਡਰ ਵੀ ਉਹਨਾਂ ਨੂੰ ਨਿਸ਼ਾਨਾ ਬਣਾਉਣਗੇ ਕਿਤੇ ਨਾ ਕਿਤੇ। ਇਸ ਤਰ੍ਹਾਂ ਦੀ ਸਿਆਸਤ ਹੋਣੀ ਹੈ ਪੰਜਾਬ 'ਚ, ਮੈਨੂੰ ਦਿਖ ਰਹੀ ਹੈ। ਕਿਉਂਕਿ ਸਿਮਰਨਜੀਤ ਸਿੰਘ ਮਾਨ ਜਿਸ ਆਈਡੀਓਲੋਜੀ ਤੇ ਅੱਗੇ ਵੱਧਦੇ ਨੇ, ਉਹਨੂੰ ਵਿਰੋਧੀ ਪਾਰਟੀਆਂ ਨੇ ਬਿਲਕੁਲ ਪ੍ਰਵਾਨਿਤ ਨਹੀਂ ਕਰਨਾ। ਹਾਲਾਂਕਿ ਪੰਜਾਬ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਏਜੰਡਾ ਹੈ ਉਹਦੀ ਮਾਨਤਾ ਨਹੀਂ ਹੈ ਪੰਜਾਬ ਦੇ ਵਿੱਚ ਵੀ। ਇਹ ਵੀ ਹੋ ਸਕਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਡਿਵੈਲਪਮੈਂਟ ਦੇ ਮੁੱਦੇ ਤੇ ਅੱਗੇ ਵਧਣ। ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ, ਬੀਜੇਪੀ, ਇਹਨਾਂ ਦੀਆਂ ਜਿਹੜੀਆਂ ਨੀਤੀਆਂ ਚੰਗੀਆਂ ਨਹੀਂ, ਉਹਨਾਂ ਦੇ ਵਿਰੋਧ ਦੇ ਏਜੰਡੇ ਤੇ ਅੱਗੇ ਵਧਣ। ਅਗਰ ਤਾਂ ਉਹ ਇਸ ਏਜੰਡੇ ਤੇ ਅੱਗੇ ਵਧਣਗੇ, ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ, ਬੀਜੇਪੀ ਦੀਆਂ ਨੀਤੀਆਂ ਦਾ ਵਿਰੋਧ, ਫਿਰ ਉਹਨਾਂ ਕੋਲੇ ਮੌਕਾ ਹੈ ਕਿ ਉਹ ਆਪਣੀ ਥਾਂ ਬਣਾ ਸਕਦੇ ਨੇ। ਪਰ ਸਿਮਰਨਜੀਤ ਸਿੰਘ ਮਾਨ ਪੂਰੀ ਕੋਸ਼ਿਸ਼ ਕਰਨਗੇ ਕਿ ਮੈਂ ਨੌਜਵਾਨਾਂ ਨੂੰ ਨਾਲ ਜੋੜਾਂ, ਔਰ ਪੰਜਾਬ ਦੇ ਵਿੱਚ ਜਿਹੜਾ ਨੌਜਵਾਨ ਵਰਗ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੋਂ ਟੁੱਟਿਆ ਹੈ, ਕਿਉਂਕਿ ਨਾ ਆਮ ਆਦਮੀ ਪਾਰਟੀ ਨੌਕਰੀਆਂ ਦੇ ਸਕੀ, ਨਾ ਕੱਚੇ ਮੁਲਾਜ਼ਮ ਪੱਕੇ ਕਰ ਸਕੀ। ਜਿਹੜੀਆਂ 25,000 ਨੌਕਰੀਆਂ ਦੀ ਗੱਲ ਸੀ, ਉਹ ਪਤਾ ਨਹੀਂ ਮੈਨੂੰ ਕਦੋਂ ਜਾ ਕੇ ਪੂਰੀ ਹੋਣੀ ਹੈ। ਹਜੇ ਤੱਕ ਤਾਂ ਟਾਵੇਂ ਮਹਿਕਮਿਆਂ ਦੇ ਵਿੱਚ ਹੀ ਨੌਕਰੀਆਂ ਨਿਕਲੀਆਂ ਨੇ ਹਰਜੋਤ ਜੀ। ਬਹੁਤ ਲੰਮਾ ਪ੍ਰੋਸੈਸ ਅਗਰ ਇਹ ਬਣ ਗਿਆ, ਅਗਰ 25,000 ਨੌਕਰੀਆਂ 2024 ਤੱਕ ਨਾ ਦਿੱਤੀਆਂ ਗਈਆਂ ਤੇ ਇਹ ਬਹੁਤ ਵੱਡਾ ਮੁੱਦਾ ਹੋਊਗਾ 2024 ਦੀਆਂ ਚੋਣਾਂ ਦੇ ਵਿੱਚ। ਔਰ ਤੁਹਾਨੂੰ ਮੈਂ ਆਪਣੇ ਤਜਰਬੇ ਨਾਲ ਦੱਸਾਂ, ਮੈਨੂੰ ਨਹੀਂ ਲੱਗਦਾ ਕਿ 2024 ਤੋਂ ਪਹਿਲਾਂ ਅਗਲੇ 2 ਸਾਲਾਂ 'ਚ ਇਹ 25,000 ਨੌਕਰੀਆਂ ਦਿੱਤੀਆਂ ਜਾ ਸਕਣਗੀਆਂ। 15,000 ਦੇ ਲੈਣ ਤੇ ਵੱਡੀ ਕਾਮਯਾਬੀ ਹੋਏਗੀ।
बाकी भगवंत मान जी ने पता नहीं लगता रातों रात गारंटी पूरी कर देंगे ने। हो सकता है मैं कल सवेरे उठा तो 25,000 नौकरियां दत्तियां जा चुकियां होण ते अखबार च इश्तिहार छपिया होवे भी अज असी नियुक्ति पत्र वंडने ने। हो कुछ भी सकता है सियासत। हुण तुसीं महाराष्ट्र च देखो, किसी ने सोचिया सी, कहंदे उद्धव ठाकरे जी नूं पता ही नहीं सी शाम तक, किसी ने टैलीफोन करके दस्सिया भी टैलीविजन देखो जी आ की होई जांदा है, ते उद्धव ठाकरे जी नूं फिर पता लग्या भी मेरी तो अद्धी पार्टी गुवाहाटी जाके बह गई, गुवाहाटी। सो सियासत कुछ भी हो जाता है हरजोत जी। जी बिल्कुल तुसी सही कहा। सो सियासत विच कदे भी कुछ भी हो सकता है। सो एक समीकरण ही नहीं या कियास ने जो असी लगा सकते हैं। सो बहुत बहुत धन्यवाद डला जी इन्हां सारियां खबरां दे उपर, पंजाब दी सियासत दे उपर चर्चा करन दे लई। दर्शकां दा भी धन्यवाद करदे हां जो हमेशा साडे नाल जुड़दे ने, अपने सुझाव सानू कमेंट जरिए साडे नाल सांझे करदे ने। ते इस दे नाल ही मैनूं यानी कि हरजोत कौर नूं भी दे इजाजत। धन्यवाद।